ਸਾਰੀ ਸ੍ਰਿਸ਼ਟੀ ਦੇ ਵਾਸਤੇ ਹੋਏ ਸਾਰੇ ਮਾਨਵ ਜਾਤੀ ਨੂੰ ਮੇਰੇ ਭੈਣ ਭਰਾਓ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਮਨਾ ਪਰਮਾਤਮਾ ਹਗਮੈਨ ਆਤਮਾ ਪਰਮਾਤਮਾ ਜੀ ਕਹਿੰਦੇ ਹਨ, ਐ ਮੇਰੀ ਆਤਮਾ ਮੈਂ ਤੇਰਾ ਪਰਮਾਤਮਾ ਹਾਂ। ਮੇਰੇ ਵਿੱਚ ਸਰਵਸ਼੍ਰੇਸ਼ਟ ਗੁਣ ਹਨ ਜੋ ਕਿਸੇ 'ਚ ਨਹੀਂ। ਪਹਿਲਾ ਗੁਣ ਹੈ ਮੈਂ ਸਭ 'ਤੇ ਰਾਜ ਕਰਦਾ ਹਾਂ, ਮੈਂ ਮਹਾਰਾਜ ਹਾਂ, ਮੈਂ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਹਾਂ। ਸਾਰਿਆਂ ਦੇ ਉੱਤੇ ਮੇਰਾ ਰਾਜ ਚੱਲਦਾ, ਜਰਰੇ ਜਰਰੇ ਦੇ ਵਿੱਚ ਮੈਂ ਮੌਜੂਦ ਹਾਂ। ਸ਼ੇਰ ਭੈ ਦੇਣ ਵਾਲਾ, ਸਿੰਘ ਸ਼ਕਤੀ, ਸਭ ਨੂੰ ਭੈ 'ਚ ਰੱਖਣ ਵਾਲੀ ਮੈਂ ਸਮਰੱਥ ਤਾਕਤ ਹਾਂ। ਵਿਸ਼ਨੂੰ ਬ੍ਰਹਮਾ ਸ਼ਿਵ ਬ੍ਰਹਿਮੰਡ ਖੰਡ ਜਿਤਨੇ ਵੀ ਮੈਂ ਰਚੇ ਹਨ ਉਹਨਾਂ ਦਾ ਸਭ ਤੋਂ ਵੱਡਾ, ਸਭ ਦਾ ਪਿਰਤਪਾਲਕ ਹਾਂ। ਮੈਂ ਭਗਵਾਨ ਹਾਂ ਜੋ ਸਾਰਿਆਂ ਨੂੰ ਜਣਾਈ ਦਿੰਦਾ ਹਾਂ, ਅਕਾਲ ਪੁਰਖ ਕਹਿੰਦੇ ਨੇ, ਔਰ ਮੈਂ ਹੀ ਸਦਾ ਜਿੱਤਦਾ ਹਾਂ। ਮੇਰੀ ਹੀ ਫਤਿਹ ਹੁੰਦੀ ਹੈ, ਡੰਕਾ ਮੇਰਾ ਜਿਹੜਾ ਵੱਜਦਾ ਹੈ, ਕਿਉਂਕਿ ਮੈਂ ਜੰਮਦਾ ਮਰਦਾ ਨਹੀਂ, ਮੈਂ ਜੂਨਾਂ 'ਚ ਨਹੀਂ ਆਉਂਦਾ, ਮੈਂ ਸਰਵਸ਼੍ਰੇਸ਼ਟ ਹਾਂ। ਇਸ ਕਰਕੇ ਤੈਨੂੰ ਮੈਂ 5 ਤੱਤ ਦਿੱਤੇ ਹਨ। ਐ ਮਾਨਸ ਜਾਤੀ, ਮੈਂ ਤੈਨੂੰ 5 ਤੱਤ ਦਿੱਤੇ ਹਨ, ਤੈਨੂੰ ਬੋਲੀ ਦਿੱਤੀ ਹੈ, ਤੈਨੂੰ ਭਾਸ਼ਾ ਦਿੱਤੀ ਹੈ, ਤੂੰ ਮੇਰਾ ਨਾਮ 5 ਵਾਰੀ ਲੈ। ਤੋ ਇਹ ਸਾਰੀ ਸ੍ਰਿਸ਼ਟੀ ਨੂੰ ਇਹ ਜਕਾਰਾ 5 ਵਾਰੀ ਪ੍ਰਵਾਨ ਹੋਵੇ। ਅੱਜ ਆਪਾਂ ਵਿਸ਼ਾ ਲੈਂਦੇ ਹਾਂ ਕਿ ਦੁਨੀਆ 'ਚ ਫਸਟ ਟਾਈਮ ਦੇ ਵਿੱਚ ਇੱਕ ਜੀਰੋ ਰੂਪ, ਸਿਫਰੇ ਰੂਪ ਦਾ ਸ਼ੁਰੂਆਤ ਹੋਈ। ਆਪ ਜੀ ਜਾਣਦੇ ਹੋ ਕਿ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਬਾਣੀ ਧਰਤੀ 'ਤੇ ਜਾਂ ਕਲਮਾ ਆਉਂਦਾ ਹੈ ਤਾਂ ਸੰਸਾਰੀ ਲੋਕ ਕਈ ਵਾਰੀ ਅਕਲ ਬੁੱਧੀ ਦੇ ਨਾਲ ਹੀ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ ਸੰਸਾਰੀ ਤੌਰ 'ਤੇ। ਲੇਕਿਨ ਕਈ ਵਾਰੀ ਇਹਨਾਂ ਗ੍ਰੰਥਾਂ ਦੇ ਅੰਦਰ ਬੜੀ ਰੂਹਾਨੀਅਤ ਗੱਲ ਹੁੰਦੀ ਹੈ ਜਿਹੜੀ ਹਰ ਜੀਵ ਦੇ ਸਮਝ 'ਚ ਨਹੀਂ ਹੁੰਦੀ, ਜਿਤਨੀ ਦੇਰ ਤੱਕ ਉਹ ਨਾ ਜਣਾਵੇ। ਜਿਸ ਨੂੰ ਉਹ ਜਣਾਵੇ ਸੋ ਹੀ ਜਾਣ ਸਕਦਾ ਹੈ। ਤੋ ਸਮੇਂ ਸਮੇਂ 'ਤੇ ਨਵੀਂ ਗੱਲ ਸੰਸਾਰ 'ਤੇ ਹੁੰਦੀ ਹੈ। ਤੋ ਆਪ ਜੀ ਨੇ ਵੇਖਿਆ ਹੈ ਕਿ ਹਜ਼ਰਤ ਈਸਾ ਦੇ ਸਮੇਂ ਇੱਕ ਗੱਲ ਚੱਲੀ ਸੀ ਕਿ ਧਰਤੀ ਚਪਟੀ ਹੈ। ਦੁਨੀਆ ਸਾਰੀ ਨੇ ਜਦੋਂ ਕੱਢ ਲਈ, ਇਨਵੈਂਸ਼ਨ ਕੱਢ ਲਈ, ਤੋ ਸਾਰੀ ਦੁਨੀਆ ਦੇ ਵਿੱਚ ਉਹ ਝੂਠੇ ਜਿਹੜੇ ਲਫ਼ਜ਼ ਝੂਠ ਕਰਾਰ ਦਿੱਤੇ ਗਏ, ਕਿਉਂਕਿ ਧਰਤੀ ਤਾਂ ਗੋਲ ਹੈ। ਲੇਕਿਨ ਜਿੱਥੇ ਹਜ਼ਰਤ ਈਸਾ ਜਾਂ ਉਸ ਦੇ ਅਨੁਯਾਈ ਜੋ ਫਰਿਸ਼ਤਿਆਂ ਦੀ ਗੱਲ ਕਰਦੇ ਸਨ, ਉਹ ਇੱਕ ਅਨੋਖੀ ਗੱਲ ਹੈ। ਉਹ ਜਿਹੜੀ ਧਰਤੀ ਦੀ ਗੱਲ ਕਰਦੇ ਸਨ ਉਹ ਆ ਸਰੀਰ ਹੈ। ਇਹ ਕਦੀ ਦੇਖੋ ਇਹ ਚਿਪਟਾ ਹੈ, ਇਹ ਗੋਲ ਨਹੀਂ ਹੈ। ਇਹ 'ਚ 2 ਅੱਖਾਂ, 2 ਕੰਨ, ਮੂੰਹ, 2 ਨੱਕ ਔਰ ਮੁੱਖ ਪਾ ਕੇ 7 ਦੁਆਰੇ, 2 ਸਾਡੇ ਜਿਹੜੇ ਹੈ ਪ੍ਰਜਨਨ ਕਿਰਿਆ ਔਰ ਵੇਸਟ। ਜੇ 9 ਦੁਆਰਿਆਂ ਦੇ ਵਿੱਚ ਪਾਣੀ ਨਿਕਲਦਾ ਹੈ। ਉਹ ਇਸ ਧਰਤੀ ਦੀ ਗੱਲ ਕਰਦੇ ਸਨ ਕਿਉਂਕਿ ਉਹ ਰੂਹਾਨੀਅਤ ਗੱਲ ਕਰਦੇ ਸਨ ਕਿ ਇਹ ਚਪਟੀ ਹੈ, ਇਹ ਗੋਲ ਨਹੀਂ ਹੈ। ਲੇਕਿਨ ਬਾਹਰ ਦੀ ਧਰਤੀ ਬਿਲਕੁਲ ਜਦੋਂ ਤੁਸੀਂ ਵੇਖਿਆ ਤੇ ਬਾਹਰੀ ਤੌਰ 'ਤੇ ਖੋਜਾਂ ਕਰ ਮੱਗ ਗਏ ਤੇ ਧਰਤੀ ਜਿਹੜੀ ਗੋਲ ਨਿਕਲੀ। ਤੋ ਇਸ ਕਰਕੇ ਇਸ ਤੋਂ ਬਾਅਦ ਫਿਰ ਮੁਸਲਿਮ ਧਰਮ ਦੇ ਵਿੱਚ ਇੱਕ ਆਵਾਜ਼ ਉੱਠੀ ਕਿ 14 ਲੋਕਾਂ ਦੀ ਗੱਲ ਕੀਤੀ ਗਈ, 7 ਲੋਕ 7 ਪਤਾਲ। ਲੇਕਿਨ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਇਸ਼ਾਰਾ ਹੋਰ ਸੀ। ਉਹਨਾਂ ਨੇ 14 ਤਬਕਾਂ ਦੀ ਗੱਲ ਕੀਤੀ ਹੈ, ਨਾ ਕਿ ਆਕਾਸ਼ਾਂ ਤੇ ਪਤਾਲਾਂ ਦੀ। ਲੇਕਿਨ ਸਾਰੇ ਅਨੁਯਾਈਆਂ ਨੇ ਇਹ ਗੱਲ ਕਰ ਲਈ ਕਿ ਦੁਨੀਆ 'ਚ ਸਿਰਫ 7 ਆਕਾਸ਼ ਤੇ 7 ਪਤਾਲ ਹਨ। ਇਸ ਭੁਲੇਖੇ ਦੇ ਉੱਤੇ ਉਹ ਸਾਰੀ ਦੁਨੀਆ ਪੱਕੀ ਕਰ ਬੈਠੀ ਉਸ ਦੇ ਸਰੀਰ ਤੋਂ ਬਾਅਦ, ਕਿਉਂਕਿ ਉਹਨਾਂ ਨੇ ਅਕਾਲ ਪੁਰਖ ਤੋਂ ਆਪਣੀ ਕੌਮ ਵਧਣ ਵਾਸਤੇ 1.5 ਦਿਨ ਲਿਆ ਸੀ, ਯਾਨੀ ਕਿ 1400 ਸਾਲ ਔਰ 14 ਸਦੀਆਂ ਦੇ ਵਿੱਚ ਉਹਨਾਂ ਨੇ ਇਹ ਜਣਾਈ ਕੀਤੀ ਕਿ ਧਰਤੀ ਇੱਕ ਐਸੀ ਹੈ ਜਿੱਥੇ ਜਿਹੜਾ ਸਰੀਰ ਹਨ ਹੱਡ ਮਾਸ ਨਾੜੀ ਪਿੰਜਰ ਦੇ, ਨਹੀਂ ਤੇ ਹੋਰ ਵੀ ਲੋਕ ਹਨ ਉਹਨਾਂ ਦੇ ਵਿੱਚ ਸਰੀਰ ਨਹੀਂ, ਆਤਮਾ ਦੇ ਵੱਖਰੇ ਵੱਖਰੇ ਰੂਪ ਹਨ। ਉਹ 7 ਲੋਕਾਂ ਦੀ ਗੱਲ, 7 ਪਤਾਲਾਂ ਦੀ, ਜਦੋਂ ਕਿ ਅਣਗਿਣਤ ਪਤਾਲ ਤੇ ਅਣਗਿਣਤ ਅਸਮਾਨ ਸਨ। ਇਹ 14 ਤਬਕ ਜਿਹੜੇ ਕਹੇ ਹਨ, ਇਹਨਾਂ 14 ਤਬਕਾਂ ਨੂੰ ਸਿਰਫ ਉੱਥੋਂ ਦੇ ਸਮਝਣ ਵਾਲੇ ਇਹੀ ਸਮਝੇ ਗਏ ਕਿ ਸ਼ਾਇਦ 7 ਹੀ ਆਕਾਸ਼ ਤੇ 7 ਹੀ ਪਤਾਲ ਹਨ। ਔਰ ਇਹ 7 ਲੋਕ ਕਿਹੜੇ ਸਨ? ਭੂ ਲੋਕ ਧਰਤੀ, ਜਿੱਥੇ ਕਿ ਹੱਡ ਮਾਸ ਨਾੜੀ ਪਿੰਜਰ ਤੇ 5 ਤੱਤਾਂ ਜਾਂ ਵੱਖਰਿਆਂ ਤੱਤਾਂ ਦੇ ਨਾਲ ਐਲੀਮੈਂਟਸ ਨਾਲ ਮਨੁੱਖ ਜਾਂ ਜਾਤੀਆਂ ਬਣਦੀਆਂ ਹਨ, ਜਿਹੜੀਆਂ ਅੰਡਜ, ਜੇਰਜ, ਉਤਪਤ ਤੇ ਸੇਤਜ ਨਾਲ ਉਤਪੰਨ ਹੁੰਦੀਆਂ ਹਨ। ਤੇ ਲੇਕਿਨ ਇਹ ਤੋਂ ਅੱਗੇ ਦੁਵਰ ਲੋਕ ਹੈ ਜਿੱਥੇ ਇਹ ਕੰਮ ਨਹੀਂ ਹੁੰਦਾ, ਜਿਹਨੂੰ ਭਵਰ ਲੋਕ ਵੀ ਕਹਿੰਦੇ ਹਨ। ਜਿਹੜੇ ਇੱਥੇ ਲੋਕ ਭੌਂ ਕੇ ਚੱਲਦੇ ਹਨ ਉਹਨਾਂ ਦੀ ਆਤਮਾ ਨੂੰ ਉੱਥੇ ਇੱਕ ਜਾ ਕੇ ਭਵਰ ਲੋਕ ਦੇ ਵਿੱਚ ਜਾ ਕੇ ਰਹਿ ਜਾਂਦੇ ਹਨ। ਇਸ ਤਰ੍ਹਾਂ ਹੀ ਸਵਰਗ ਲੋਕ, ਜਿਹਦੇ ਬਾਰੇ ਬਾਈਬਲ 'ਚ ਵੀ ਲਿਖਿਆ ਹੈ, ਤੇ ਹੁਣ ਤੱਕ ਉਹ ਸਵਰਗ ਲੋਕ ਦੀ ਗੱਲ ਕਰਦੇ ਰਹੇ ਹਨ, ਜਿਸ ਨੂੰ ਜਿਹੜਾ ਸਵਰਗ ਲੋਕ ਸ਼ਿਵ
ਔਰ ਇਸ ਤੋਂ ਅਗਲਾ ਜਿਹੜਾ ਲੋਕ ਹੈ ਮਾਰ ਲੋਕ ਹੈ 4 ਨੰਬਰ ਦਾ, ਭੂ ਲੋਕ, ਦਵਰ ਲੋਕ, ਸਵਰਗ ਲੋਕ, ਮਾਰ ਲੋਕ। ਇਸ ਤਰ੍ਹਾਂ ਹੀ ਜਿੱਥੇ ਮਾਹਿਰ ਲੋਕ ਦੇ ਵਿੱਚ ਵੀ ਆਤਮਾਵਾਂ ਰਹਿੰਦੀਆਂ ਹਨ, ਸਰੀਰ ਨਹੀਂ ਹੈ ਪੰਜ ਤੱਤ ਦਾ। ਜਵ ਲੋਕ ਦੇ ਵਿੱਚ ਵੀ ਸਰੀਰ ਪੰਜ ਤੱਤ ਦਾ ਨਹੀਂ ਹੈ। ਇਸੇ ਤਰ੍ਹਾਂ ਹੀ ਤਪ ਲੋਕ ਦੇ ਵਿੱਚ ਜਿਹੜੇ ਲੋਕ ਤਪ ਕਰਦੇ ਹਨ ਉਹ ਉਸ ਲੋਕ ਦੇ ਵਿੱਚ ਸੱਚਖੰਡ ਦੀ ਬਜਾਏ ਉੱਤੇ ਟ੍ਰਾਂਸਫਰ ਹੋ ਜਾਂਦੇ ਹਨ। ਇਸ ਤਰ੍ਹਾਂ ਹੀ ਸੱਤ ਲੋਕ ਦੇ ਵਿੱਚ ਜਿਹੜੇ ਟ੍ਰਾਂਸਫਰ ਹੋ ਜਾਂਦੇ ਹਨ। ਇਹ ਸੱਤ ਲੋਕ ਅਤੇ ਸੱਤ ਪਤਾਲ ਹੁਣ ਮੈਂ ਦੱਸਦਾ ਹਾਂ, ਲੇਕਿਨ ਲੱਖਾਂ ਆਕਾਸ਼ ਪਤਾਲ ਹਨ ਜਿੱਥੇ ਕਿ ਆਪਣਾ ਖੇਲ ਚੱਲਦਾ ਹੈ, ਜਿਹਦੇ ਆਕਾਸ਼ ਪਤਾਲ ਬਣੇ ਹਨ। ਇਹ ਗੱਲ ਮੁੜ ਕੇ ਉਹਨਾਂ ਦੀ ਇਹ ਜਿਹੜੀ ਅੰਦਰ ਬਾਹਰਲੀ ਸੋਚ ਵੇਖਣ ਕਰਕੇ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਫਿਰ ਪਰਦਾ ਖੋਲ੍ਹਿਆ ਵੀ ਲੱਖ ਆਕਾਸ਼ਾਂ ਲੱਖ ਪਤਾਲ ਹਨ, ਜਿਹੜੇ ਤੁਸੀਂ ਮਾਪ ਕੇ ਬੈਠੇ ਹੋ ਉਹ ਸੱਤ ਨਹੀਂ ਹਨ। ਇਹ 14 ਤਬਕਾਂ ਦੀ ਜਿਹੜੀ ਗੱਲ ਸੀਗੀ ਉਹ ਜਿਹੜੀ ਅੰਦਰੋਂ ਸਾਰੇ ਇਹਨਾਂ ਕਾਗਜ਼ਾਂ ਦੇ ਆਧਾਰ 'ਤੇ, ਯਾਨੀ ਕਿ ਇਹਨਾਂ ਸਬੂਤਾਂ ਦੇ ਆਧਾਰ ਦੇ ਉੱਤੇ ਧਰਮ ਗ੍ਰੰਥਾਂ ਦੇ ਅੰਦਰ ਜਿਹੜੀ ਗੱਲ ਸੀ ਲੋਕ ਉਹਨਾਂ ਨੇ ਬਹਿਸ ਕੀਤੀ। ਸੱਤ ਪਤਾਲ ਹਨ ਅਤਲ, ਵਿਤਲ, ਸੱਤਲ, ਤਲਾਤਲ, ਰਸਾਤਲ, ਮਹਾਤਲ, ਪਾਜ਼ਲ। ਇਹ ਸੱਤ ਪਤਾਲ ਉਹ ਹਨ ਜਿਨ੍ਹਾਂ ਦੇ ਵਿੱਚ ਰੂਹਾਂ ਰਹਿੰਦੀਆਂ ਹਨ, ਜਿਨ੍ਹਾਂ ਦੇ ਵਿੱਚ ਅਜਮਲ ਪਾਪੀ ਔਰ ਰਾਜਾ ਬਲ ਜਿਹੜਾ ਹੈ ਉਹਨਾਂ ਨੂੰ ਵੀ ਉੱਥੇ ਭੇਜਿਆ ਗਿਆ। ਤੋ ਇਹ ਜਿਹੜੇ ਇਹਨਾਂ ਦੀਆਂ ਰੂਹਾਂ ਜਿਹੜੀਆਂ ਉਹ ਉੱਥੇ ਜਾ ਕੇ ਇਹ ਉਹਨਾਂ ਜਗ੍ਹਾ ਦੇ ਉੱਤੇ ਪਹੁੰਚੀਆਂ ਇਹਨਾਂ ਪਤਾਲਾਂ ਦੇ ਅੰਦਰ, ਯਾਨੀ ਕਿ ਅਤਲ 1, ਬਤਲ 2, ਸਤਲ 3, ਤਲਾਤਲ 4, ਰਸਾਤਲ 5, 6 ਮਹਾਤਲ, 7 ਪਾਜਲ। ਇਹ ਸੀ 14 ਤਬਕ ਜਿਹਨੂੰ ਹਜ਼ਰਤ ਮੁਹੰਮਦ ਸਾਹਿਬ ਨੇ ਆ ਕੇ ਸੱਤ ਆਕਾਸ਼ ਸੱਤ ਪਤਾਲ ਦੀ ਗੱਲ, ਜਿਨ੍ਹਾਂ ਦੇ ਵਿੱਚ ਰੂਹਾਂ ਦਾ ਵਰਣਨ ਹੈ ਔਰ ਉੱਥੇ ਆਪਣਾ ਖੇਲ ਕਰਦੇ ਹਨ। ਹੁਣ ਮੈਂ ਜਿਹੜੀ ਅੱਗੇ ਗੱਲ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਲੱਖ ਆਕਾਸ਼ਾਂ ਲੱਖ ਪਤਾਲ, ਔਰ ਗੱਲ ਜਾ ਕੇ ਧਰਤੀ 'ਤੇ ਗੁਰੂ ਸਾਹਿਬਾਨਾਂ ਵੱਲੋਂ ਇੱਕ ਓਂਕਾਰ ਦੀ ਗੱਲ ਚੱਲੀ, ਇੱਕ ਪਰਮਾਤਮਾ ਨਿਰਗੁਣ ਨਿਰੰਕਾਰ ਦੀ ਗੱਲ ਚੱਲੀ ਅਤੇ ਉਹਦੇ ਵਿੱਚ ਸਾਰੀ ਗੱਲ ਵਰਣਨ ਕੀਤੀ। ਲੇਕਿਨ ਹੁਣ ਮੈਂ ਜਿਹੜੀ ਨਵੀਂ ਗੱਲ ਦੱਸਣ ਜਾ ਰਿਹਾ ਹਾਂ ਉਹ ਅਕਾਲ ਪੁਰਖ ਨੇ ਫਿਰ ਇੱਕ ਨਵਾਂ ਰੁਖ ਬਦਲਿਆ। ਹੁਣ ਇੱਕ ਤੋਂ ਪਹਿਲਾਂ ਇਹ ਸਿਫਰਾ ਕੀ ਹੈ ਉਸ ਗੱਲ ਨੂੰ ਫਿਰ ਲਿਖਿਆ ਗਿਆ। ਇਹ ਗੱਲ ਦਾ ਵਰਣਨ ਕਿਤੇ ਹੈ, ਹਰ ਬਾਣੀ ਨੇ ਕਲੰਕ ਨਰੈਣ ਨਾਰ ਜੋਤੀ ਜੋਤ ਸਰੂਪ ਹਰ, ਜਿਹੜਾ ਕਿ ਕਦੀ ਪੈਦਾ ਨਹੀਂ ਹੁੰਦਾ, ਜਿਹਦਾ ਜਨਮ ਦਾ ਮਰਦਾ ਨਹੀਂ, ਜਿਹਦਾ ਮਾਂ ਬਾਪ ਨਹੀਂ, ਤੋ ਜੋਤੀ ਹੁੰਦੀ ਆਤਮਾ, ਜੋ ਸਰੂਪ ਪਰਮਾਤਮਾ। ਨੇ ਕਲੰਕ ਜਿਹੜਾ ਹੈ, ਜਿਹੜਾ ਜੋ ਸ਼ੁਭ ਦੀ ਤਾਰ ਹੈ, ਨਾ ਤਤ ਹੈ ਨਾ ਤਨ ਹੈ ਵਜੂਦ, ਨਾ ਕਿਸੇ ਨੂੰ ਗੋਦੀ ਉਠਾਉਂਦਾ ਹੈ, ਨਾ ਉਹਨੂੰ ਕੋਈ ਜੰਮਦਾ ਹੈ, ਨਾ ਉਹਦੀ ਰਿਸ਼ਤੇਦਾਰੀ ਸਾਕਸੈਨ ਹੈ। ਨਰ ਕੀ ਹੈ? ਨਰੈਣ ਨਰ, ਨਰਾਂ ਦਾ ਮਾਲਕ, ਅਵਤਾਰ ਪੈਗੰਬਰ ਗੁਰੂਆਂ ਦਾ ਮਾਲਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਯਾਨੀ ਕਿ ਮਹਾਰਾਜ ਜਿਹੜਾ ਹੈ ਉਹਦੇ 3 ਸਰਵਸ਼੍ਰੇਸ਼ਟ ਗੁਣ ਹਨ। ਪਹਿਲਾ ਹੈ ਸਾਰਿਆਂ 'ਤੇ ਰਾਜ ਕਰਨ ਵਾਲੀ ਇਹ ਤਾਕਤ, ਜਿਹੜੀ ਸਾਰੇ ਜਰਰੇ ਜਰਰੇ ਸਮਾਈ ਹੋਈ ਹੈ। ਸ਼ੇਰ ਭੈ ਦੇਣ ਵਾਲਾ, ਸਿੰਘ ਸ਼ਕਤੀ, ਜਿਹੜਾ ਸਭ ਨੂੰ ਭੈ 'ਚ ਰੱਖਣ ਵਾਲੀ ਸਮਰੱਥ ਤਾਕਤ ਹੈ। ਦੂਜਾ ਗੁਣ ਹੈ ਵਿਸ਼ਨੂੰ, ਯਾਨੀ ਕਿ ਵਿਸ਼ਨੂੰ ਬ੍ਰਹਮਾ 'ਚ ਬ੍ਰਹਿਮੰਡ ਖੰਡ, ਜਿੱਥੇ ਉਹਨੂੰ ਸਮੇਂ 'ਚ ਰੱਖਦਾ ਹੈ ਉੱਥੇ ਉਹਨਾਂ ਦੀ ਪਾਲਣਾ ਵੀ ਕਰਦਾ ਹੈ। ਤੋ ਸਭ ਤੋਂ ਵੱਡਾ, ਸਭ ਦਾ ਪਿਰਤਪਾਲਕ ਭਗਵਾਨ, ਜਿਹੜਾ ਸਾਰਿਆਂ ਦੇ ਨਿਰੰਤਰ ਹਰ ਜਗ੍ਹਾ 'ਤੇ ਮੌਜੂਦ ਹੈ, ਅੰਦਰ ਬਾਹਰ ਗੁਪਤ ਜਾ ਰਿਹਾ ਹੈ। ਤੋ ਇਸ ਕਰਕੇ ਉਹ ਜਿਹੜੀ ਜਦੋਂ ਉਹਦੀ ਬਾਣੀ ਆਈ ਤੇ ਉਸਨੇ ਗਾੜੀ ਹੁਣ ਇੱਕ ਤੋਂ ਨਹੀਂ ਗੱਲ ਸਿਫਰੇ ਦੀ ਕਰਨੀ ਸ਼ੁਰੂ ਕਰ ਦਿੱਤੀ, ਯਾਨੀ ਕਿ ਇੱਕ ਨਵੀਂ ਚੀਜ਼ ਸੰਸਾਰ ਦੇ ਵਿੱਚ ਆਈ। ਆਓ ਜੀ, ਜਿਹੜਾ ਸਿਫਰਾ ਇੱਥੇ ਬੋਲਿਆ ਹੈ, ਅੱਗੇ ਗੱਲਾਂ ਕਰਨ ਕਿਹਾ ਹੈ, ਜੀਰੋ 'ਤੇ ਆਪਾਂ ਸੁਣੀ, ਬੜੀ ਵਾਰ ਸੁਣੀ, ਲੇਕਿਨ ਸਿਫਰਾ ਬੋਲਿਆ ਕਦੀ ਨਹੀਂ। ਅੱਜ ਇਸ ਹਰ ਬਾਣੀ ਦੇ ਵਿੱਚ ਤੁਹਾਨੂੰ ਮੈਂ ਪਿੱਛੇ ਦੱਸਿਆ ਸੀ ਕਿ ਇੱਥੇ ਧਰਤੀ ਦੇ ਉੱਤੇ 1950 ਤੋਂ ਲੈ ਕੇ 1976 ਤੱਕ ਜੋਤ ਤੇ ਆਤਮਾ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਔਰ ਉਹ ਵੱਖ-ਵੱਖ ਥਾਵਾਂ 'ਤੇ ਸਾਰਿਆਂ ਦੇਸ਼ਾਂ ਦੇ ਵਿੱਚ ਹੋਈਆਂ, ਜਿਹਦੇ ਵਿੱਚ ਨਿਰਗੁਣ ਨਿਰੰਕਾਰ ਬੰਦ ਨਵਜਾਂ ਦੇ ਅੰਦਰ, ਸਰੀਰ ਸੰਭਲ ਦੇ ਅੰਦਰ, ਜਿਹੜਾ ਕਿ ਸੰਭਲ ਹੋਗਾ ਸਤਿਗੁਰ ਸ਼ਬਦ, ਬੱਬਾ ਬਲ ਧਰ ਕੇ ਆਪਣੀ ਤਾਕਤ ਰੱਖ ਕੇ, ਲਲਾ ਲਡਾਟ ਪ੍ਰਕਾਸ਼ ਟਕਾ ਕੇ ਔਰ ਸ਼ਬਦ ਦਾ ਰੂਪ ਧਾਰ ਕੇ ਬੈਠਾ ਸੀ। ਉਹ ਨਬਜਾਂ ਦੇ ਉਹਦੇ ਨਾਲ ਚੱਲਦੀਆਂ ਨਹੀਂ ਸਨ ਕਿ ਨਾ ਹੀ ਨਾੜੀ ਨਬਜ ਨਾ ਪਲਸ ਚੱਲਦੀ ਸੀ। ਔਰ ਇਹ ਗੱਲ ਕਦੋਂ ਬੰਦ ਹੋਈ ਕਿ ਜਦੋਂ ਉਹ ਸਰੀਰ 29 ਸਾਲ ਦਾ ਸੀ ਤਾਂ ਉਸ ਨੇ ਆਪਣਾ ਪ੍ਰਗਟਾਵਾ ਕਰਨ ਲਈ, ਇੱਕ ਜੀਰੋ ਰੂਪ ਦੱਸਣ ਲਈ, ਸਿਫਰਾ ਰੂਪ ਦੱਸਣ ਲਈ ਇਹ ਖੁਦ ਕਿਰਿਆ ਕੀਤੀ ਕਿ ਸਿਫਰਾ ਹੁੰਦਾ ਕੀ ਹੈ। ਸਿਫਰ ਕਰਨ ਵਾਸਤੇ ਉਹਨੂੰ ਨਿਰਗੁਣ ਹੋਣਾ ਪੈਣਾ ਸੀ, ਨਿਰਗੁਣ ਕਰਨ ਵਾਸਤੇ ਸਰੀਰ ਨੂੰ ਸਿਫਰ ਕਰਨਾ ਪੈਣਾ ਸੀ। ਸਿਫਰ ਪੈਦਾ ਕਰਨ ਵਾਸਤੇ 10 ਜਨਵਰੀ 1944 ਨੂੰ 26 ਪੋਹ ਦੀ ਰਾਤ 2000 ਬਿਕਰਮੀ ਨੂੰ ਇਟਲੀ ਦੇ ਬ੍ਰੈਂਡਸੀ ਸ਼ਹਿਰ ਦੇ ਵਿੱਚ ਉਸਨੇ ਜੀਰੋ ਰੂਪ ਧਾਰਨ ਵਾਸਤੇ, ਜੀਰੋ ਰੂਪ ਦੀ ਗੱਲ ਦੱਸਣ ਵਾਸਤੇ, ਸਾਰਿਆਂ ਨੂੰ ਸਮਝਾਉਣ ਵਾਸਤੇ ਕਿ ਸਿਫਰਾ ਰੂਪ ਕੀ ਹੈ ਮੇਰਾ, ਉਸ ਦਿਨ ਉਸ ਸੰਭਲ ਸਰੀਰ ਦੀਆਂ ਨਬਜਾਂ ਨੂੰ ਬੰਦ ਕਰਕੇ ਸਿਫਰ ਰੂਪ ਹੋ ਗਿਆ। ਨਬਜਾਂ ਦੇ ਨਾਲ ਕੀ ਚੱਲਦਾ ਹੈ?
ਖੂਨ ਤੇ ਰਸ ਚੱਲਦਾ ਹੈ, ਰਸ ਦੇ ਨਾਲ ਅਕਲ ਬੁੱਧੀ ਚੱਲਦੀ ਹੈ, ਸੋਚਾਂ ਚੱਲਦੀਆਂ ਹਨ, ਮਨ ਮਤ ਬੁੱਧ ਚੱਲਦੀ ਹੈ। ਉਹ ਸਾਰੀਆਂ ਗੱਲਾਂ ਨੂੰ ਹੀ ਬੰਦ ਕਰਕੇ ਸਰੀਰ ਨੂੰ ਲਹੂ ਭਿੱਜਿਆ ਬਸਤਰ ਜੋ ਬਾਈਬਲ 'ਚ ਲਿਖਿਆ ਹੈ, ਉਹਨੇ ਲਹੂ ਦਾ ਬਸਤਰ ਪਹਿਨ ਲਿਆ, ਲੇਕਿਨ ਬਸਤਰ ਦੀ ਘੜੀ ਨਾੜੀ ਨਬਜ਼ ਨਹੀਂ ਹੁੰਦੀ। ਇਸ ਕਰਕੇ ਅਕਾਲ ਪੁਰਖ ਨੇ ਆਪਣੀ ਉਹਦੇ ਵਿੱਚ ਫਿਰ ਸਿਫਰ ਰੂਪ ਧਾਰਿਆ ਔਰ ਜੀਰੋ ਰੂਪ ਕਰਨ ਲਈ ਕਿ ਦੇਖੋ ਇਹ ਨਬਜ਼ ਇਹਦੀ ਚਾਲ ਨਹੀਂ ਚੱਲਦੀ ਹੈ ਸਰੀਰ ਦੀ, ਮੈਂ ਕਿੱਦਾਂ ਨਿਰਗੁਣ ਨਿਰੰਕਾਰ ਇਹਦੇ ਵਿੱਚ ਬਹਿ ਕੇ ਜੀਰੋ ਰੂਪ ਹੋ ਕੇ ਗੱਲ ਕਰ ਰਿਹਾ ਹਾਂ। ਨਹੀਂ ਤੇ ਨਿਰਗੁਣ ਸਰਗੁਣ ਜਿਹੜਾ ਹੈ ਉਹ 'ਚ ਅਕਲ ਬੁੱਧੀ ਸਾਰੀ ਦੌੜ ਹੁੰਦੀ ਹੈ। ਤੱਤਾਂ ਦੇ ਵਿੱਚ ਨਬਜ਼ਾਂ ਚੱਲਦੀਆਂ ਹਨ, ਤੱਤਾਂ ਨਾਲ ਕਹਾਣੀ ਹੁੰਦੀ ਹੈ। ਅੱਜ ਸਿਫਰਾ ਰੂਪ ਧਾਰ ਲਿਆ ਉਹਨੇ 2000 ਬਿਕਰਮੀ ਦੇ ਵਿੱਚ। ਇਸ 2000 ਬਿਕਰਮੀ 'ਚ ਆਪਣਾ ਸਿਫਰਾ ਦੱਸਣ ਵਾਸਤੇ ਪਹਿਲਾਂ ਨਬਜ਼ਾਂ ਬੰਦ ਕੀਤੀਆਂ। ਇਹਨਾਂ ਨਬਜ਼ਾਂ ਦੇ ਵਿੱਚ ਫਿਰ ਜਿਹੜਾ ਸ਼ਬਦ ਨਾਲ ਸਰੀਰ ਛਡਾਇਆ। ਇਹਦੇ ਵਿੱਚ ਜਿਹੜੇ ਹਾਜ਼ਰ ਹੋਣ ਵਾਲੇ ਸਨ ਸ਼ਬਦ ਗੋਬਿੰਦ ਸਨ, ਸਤਿਗੁਰ ਸ਼ਬਦ ਸਨ। ਜੋਤ ਤੇ ਸ਼ਬਦ ਦੋਵੇਂ ਇਕੱਠੇ ਹੋ ਕੇ ਆਪਣੀ ਗੱਲ ਜਿਹੜੀ ਦੱਸ ਰਹੇ ਹਨ। ਉਸ ਦੇ ਵਿੱਚ ਫਿਰ ਆਣ ਕੇ ਇਹੋ ਜਿਹੀ ਅਵਸਥਾ ਦੇ ਵਿੱਚ ਬੋਲਣਾ ਇਹ ਧਰਤੀ ਦੇ ਗੈਰ ਮੁਮਕਿਨ ਸੀਗਾ। ਇਸ ਕਰਕੇ ਇੱਕ ਦਾ ਬਿਆਨ ਤਾਂ ਹੋ ਸਕਦਾ ਸੀ ਕਿਉਂਕਿ ਨਬਜ਼ਾਂ ਚੱਲਦੀਆਂ ਸਨ ਸਰੀਰਾਂ ਦੀਆਂ, ਲੇਕਿਨ ਜੀਰੋ ਅਵਸਥਾ ਦਿਖਾਈ ਨਹੀਂ ਸੀ ਜਾ ਸਕਦੀ। ਇੱਕ ਅਵਸਥਾ ਦਿਖਾਈ ਗਈ, ਇਸ ਕਰਕੇ ਇੱਕ ਓਂਕਾਰ ਕੀਤਾ ਗਿਆ ਕਿਉਂਕਿ ਇੱਕ ਅਵਸਥਾ ਦੇ ਅੰਦਰ ਉਹੀ ਜੋਤ ਜਿਹੜੀ ਮੁੜ ਕੇ ਭਾਈ ਲਹਿਣਾ ਜੀ ਦੇ ਵਿੱਚ ਰੱਖ ਕੇ ਸਾਹਿਬ ਗੁਰੂ ਅੰਗਦ ਦੇਵ ਜੀ ਬਣੇ। ਇੱਕ ਵਸਤ ਦੂਜੀ ਅਕਸ ਦੇ ਵਿੱਚ ਟਕਾਈ ਗਈ। ਇੱਕ ਵਸਤ ਜੋ ਧੁਰੋਂ ਆਈ ਸੀ ਜੋਤ, ਉਹ ਜਾ ਕੇ ਲੈ ਕੇ ਆਏ ਸੀ ਦਾਸ ਸਾਹਿਬ ਗੁਰੂ ਨਾਨਕ ਦੇਵ ਜੀ ਇਹ ਸੰਸਾਰ ਦੇ ਵਿੱਚ। ਉਹੀ ਜੋਤ ਜਦ ਭਾਈ ਲਹਿਣਾ ਜੀ ਨੂੰ ਕੀ ਬਣਾਤਾ ਸਾਹਿਬ ਗੁਰੂ ਅੰਗਦ ਦੇਵ ਜੀ। ਇਸ ਤਰ੍ਹਾਂ ਹੀ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਅਮਰਦਾਸ ਬਣਾ ਦਿੱਤਾ ਉਸ ਜੋਤ ਨੇ। ਇੱਕ ਹੀ ਫਿਰ ਜਾ ਕੇ ਧਾਰ ਗੁਰੂ ਰਾਮਦਾਸ ਜੀ 'ਚ ਗਈ। ਉਹੀ ਇੱਕ ਹੀ ਧਾਰ ਫਿਰ ਜੋਤ ਦੀ ਗੜੀ ਗੁਰੂ ਅਰਜਨ ਜੀ ਸਾਹਿਬ ਦੇ ਵਿੱਚ ਗਈ ਔਰ ਉਸੇ ਤਰ੍ਹਾਂ ਹੀ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਵਿੱਚ ਗਈ। ਫਿਰ ਉਹੀ ਉਸੇ ਤਰ੍ਹਾਂ ਇੱਕ ਇੱਕ ਚੀਜ਼ ਜਿਹੜੀ ਦਿਖਾਈ ਗਈ, ਪ੍ਰਗਟਾਈ ਗਈ ਕਿ ਉਹ ਮੁੜ ਕੇ ਫਿਰ ਹਰਗੋਬਿੰਦ ਪਾਤਸ਼ਾਹ ਜੀ ਤੋਂ ਹਰ ਰਾਏ ਜੀ ਤੋਂ ਸਾਹਿਬ ਗੁਰੂ ਹਰਕ੍ਰਿਸ਼ਨ ਜੀ ਤੋਂ ਫਿਰ ਸਾਹਿਬ ਗੁਰੂ ਤੇਗ ਬਹਾਦਰ ਜੀ ਤੋਂ ਅਤੇ ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਤੱਕ ਉਹ ਇੱਕ ਇੱਕ ਦੀ ਧਾਰ ਦਿਖਾਈ ਗਈ ਕਿ ਕਿੱਦਾਂ ਆ ਕੇ ਜਾਂਦੀ ਹੈ। ਕਿ ਸਰੀਰ ਸਤਿਗੁਰੂ ਨਹੀਂ ਹੁੰਦਾ, ਜੇ ਸਰੀਰ ਦੇ ਵਿੱਚ ਜੋਤ ਰੱਖਦਾ ਹੈ ਅਤੇ ਉਹ ਸਰੀਰ ਇੱਕ ਇੱਕ ਦੀ ਗੱਲ ਜਿਹੜੀ ਪ੍ਰਗਟਾਈ ਗਈ। ਹੁਣ ਉਸ ਨੂੰ ਜੀਰੋ ਸਮਝਾਉਣ ਲਈ ਨਬਜ਼ਾਂ ਬੰਦ ਕਰਨੀਆਂ ਪੈਣੀਆਂ ਸੀ। ਜੀਰੋ ਸਮਝਾਉਣ ਵਾਸਤੇ ਹੀ ਫਿਰ ਉਸਨੇ ਅੱਗੇ ਗੱਲ ਕੀਤੀ। ਹੁਣ ਇਹਦੇ ਵਿੱਚ ਲਓ ਸਿਫਰਾ ਕੀ ਕਹਿੰਦਾ ਹੈ, ਕਿਉਂਕਿ ਸਿਫਰਾ ਨੂੰ ਉਹ ਇੱਕ ਦਾ ਬਿਆਨ ਹੁੰਦਾ ਗਿਆ। ਤੋ ਫਿਰ ਨਾਨਕ ਜਿਹੜਾ ਇੱਕ ਇੱਕ ਦੀ ਮੋਹਰ ਲੱਗ ਗਈ ਨਾਨਕ ਸ਼ਬਦ ਦੀ। ਤੋ ਇਸ ਕਰਕੇ ਹਰ ਜਿਹੜੇ ਬਾਣੀ ਤੋਂ ਬਾਅਦ ਨਾਨਕ ਪਾਤਸ਼ਾਹ ਦੀ ਮੋਹਰ ਲੱਗੀ ਕਿ ਇੱਕ ਇੱਕ ਦੀ ਗੱਲ ਜਿਹੜੀ ਇੱਕ ਤੱਕ ਪੁੱਜਦਾ ਕਰ ਦਿੱਤੀ। ਅਖੀਰੀ ਇਹ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਤੱਕ ਗਈ ਇੱਕ ਦੀ ਗੱਲ। ਫਿਰ ਇਹ ਜਾ ਕੇ ਇੱਕ ਇੱਕ ਸਿੱਖਾਂ ਦੇ ਵਿੱਚ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਇੱਕ ਇੱਕ ਦੀ ਗੱਲ ਤੋਰੀ। ਹੁਣ ਗੱਲ ਜਾਣੀ ਹੈ ਕਿਉਂਕਿ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕਹਿ ਗਏ ਸੀ ਤੱਤਾਂ ਵਾਲਾ ਗੁਰੂ ਨਹੀਂ ਹੋਣਾ। ਫਿਰ ਤੱਤਾਂ ਸਰੀਰਾਂ ਵਾਲਾ ਜਿਹੜਾ ਗੱਲ ਕਰਨ ਵਾਸਤੇ ਨੇਕ ਲੰਕ ਨੂੰ ਇੱਕ ਨਵਾਂ ਖੇਲ ਕਰਨਾ ਪਿਆ ਔਰ ਸਰੀਰ ਬੰਦ ਕਰਕੇ ਇੱਕ ਸਿਫਰੇ ਦੀ ਗੱਲ ਸੰਸਾਰ 'ਚ ਪ੍ਰਗਟ ਕਰਨੀ ਪਈ। ਫਿਰ ਇਹ ਸਿਫਰਾ ਜਿਹੜਾ ਕਿੱਦਾਂ ਹੈ ਉਹ ਆਂਦਾ ਮੈਂ ਕਿੱਦਾਂ ਮੌਜੂਦ ਹਾਂ। ਸਿਫਰਾ ਕਹਿ ਮੇਰਾ ਖੇਲ ਅਨੋਖਾ, ਅਕਲ ਵਿੱਚ ਨਾ ਕੋਈ ਲਿਆਈਆ। ਇਹਨੂੰ ਅਕਲ 'ਚ ਕੋਈ ਨਹੀਂ ਲਿਆ ਸਕਦਾ। ਮੈਂ ਨਵੀਂ ਗੱਲ ਕਰਨ ਲੱਗਾ ਕਿਉਂਕਿ ਨਬਜ਼ਾਂ ਬੰਦ ਕਰਕੇ ਕੋਈ ਬੋਲ ਹੀ ਨਹੀਂ ਸਕਦਾ। ਸੱਚਖੰਡ ਨਾ ਮੇਰਾ ਕੋਠਾ, ਕੀ ਕਹਿੰਦਾ? ਸੱਚਖੰਡ ਨਾ ਮੇਰਾ ਕੋਠਾ, ਥਿਰ ਕਰ ਰਹਿਣ ਨਾ ਕੋਈ ਸਹਾਈਆ, ਨਿਰਗੁਣ ਨੂਰ ਨਾ ਮੇਰੀ ਜੋਤਾ। ਸਿਫਰਾ ਕੀ ਕਹਿੰਦਾ? ਮੇਰਾ ਅਨੋਖਾ ਜਿਹਾ ਖੇਲ ਹੈ, ਗੰਮਾ ਖੇਲ ਹੈ, ਕੋਈ ਅਕਲ ਵਿੱਚ ਨਹੀਂ ਕੋਈ ਲਿਆ ਸਕਦਾ। ਸੱਚਖੰਡ ਨਾ ਮੇਰਾ ਕੋਠਾ, ਥਿਰ ਕਰ ਨਾ ਕੋਈ ਸਹਾਈਆ, ਨਿਰਗੁਣ ਨੂਰ ਨਾ ਮੇਰੀ ਜੋਤਾ। ਆਂਦਾ ਮੈਂ ਸੱਚਖੰਡ 'ਚ ਬਹਿੰਦਾ ਨਹੀਂ ਗਾ ਅਤੇ ਨਾ ਹੀ ਮੈਂ ਇਹ ਕੰਮ ਕਰਦਾ। ਨਿਰਗੁਣ ਨੂਰ ਨਾ ਮੇਰੀ ਜੋਤਾ, ਜੋਤੀ ਜੋਤ ਨਾ ਕੋਈ ਰਚਨਾਈਆ, ਨਾਦ ਧੁਨ ਨਾ ਮੇਰਾ ਹੋਕਾ, ਰਾਗ ਇਨ ਰਾਗ ਨਾ ਕੋਈ ਅਲਾਈਆ। ਆਂਦਾ ਇਹ ਸਾਰਾ ਕੰਮ ਏਕੇ ਦਾ ਹੈ, ਏਕ ਓਂਕਾਰ ਦਾ ਹੈ, ਇਹ ਮੇਰਾ ਨਹੀਂ ਹੈ। ਦਰ ਦੁਆਰ ਨਾ ਕੋਈ ਓਟਾ, ਹਿਰਸ ਹਵਸ ਨਾ ਕੋਈ ਰਖਾਈਆ, ਆਦ ਜਗਾਦ ਇੱਕੋ ਹੋਤਾ, ਬਿਨ ਏਕੇ ਰੂਪ ਵਟਾਈਆ। ਏਕੇ ਤੋਂ ਬਿਨਾਂ ਹੀ ਮੇਰਾ ਰੂਪ ਵਟਿਆ ਹੋਇਆ, ਜਿਹੜਾ ਇੱਕ ਓਂਕਾਰ ਯਾਨੀ ਕਿ ਮੇਰਾ ਜਿਹੜਾ ਇੱਕ ਰੂਪ ਵਟਿਆ ਹੋਇਆ। ਸਿਫਰ ਰੂਪ ਸਰਬ ਮੈਂ ਸੋਤਾ, ਜੋਤੀ ਜੋਤ ਸਰੂਪ ਹਰ। ਇਹ ਸਾਰਿਆਂ 'ਚ ਮੈਂ ਸੁੱਤਾ ਪਿਆ। ਕੋਈ ਧਰਤੀ ਦੀ ਐਸੀ ਅਵਸਥਾ ਨਹੀਂ ਜਿਹਦੇ 'ਚ ਮੈਂ ਜੀਰੋ ਰੂਪ ਨਹੀਂ। ਲੇਕਿਨ ਕਿਸੇ ਨੂੰ ਪਤਾ ਹੀ ਨਹੀਂ ਕਿ ਮੈਂ ਸਾਰਿਆਂ 'ਚ ਕਰਦਾ। ਫਿਰ ਉਹਦਾ ਨਿਰਗੁਣ ਸਰਗੁਣ ਜਿਹੜਾ ਸਰੀਰ ਹੈ
ਇਹ ਧਰਤੀ ਤੇ ਖਤਮ ਕਰ ਦੇਣਾ। ਨਾ ਨਿਰਗੁਣ ਦੀ ਹੋਂਦ ਰਹਿਣ ਨਾ ਸਰਗੁਣ ਦੀ, ਕਿਉਂਕਿ ਜਦੋਂ ਮੈਂ ਆਣ ਕੇ ਸਰੀਰ ਹੀ ਨਹੀਂ ਪੈਦਾ ਕਰਦਾ ਉਦੋਂ ਵੀ ਉਹਦੀ ਹੋਂਦ ਨਹੀਂ ਹੁੰਦੀ। ਜਿਹੜੇ ਮੇਰੇ ਚੋਂ ਆਤਮਾ ਨਿਕਲਦੀ ਕੋਈ ਉਹਦਾ ਨਿਰਗੁਣ ਸਰਗੁਣ ਨਹੀਂ ਹੁੰਦਾ। ਯਾਨੀ ਕਿ ਜੀਰੋ ਰੂਪੀ ਮੇਰਾ ਪਿਆ ਹੁੰਦਾ, ਕੋਈ ਹਿਲ ਜੁਲ ਨਹੀਂ, ਕੋਈ ਕੁਛ ਨਹੀਂ। ਆਂਦਾ ਜਦੋਂ ਫਿਰ ਮੈਂ ਆਪਣੇ ਸਿਫਰੇ ਚੋਂ ਰੂਹ ਆਤਮਾ ਕੱਢਦਾ ਹੈ, ਫਿਰ ਉਹ ਸਰੀਰ ਦੋ ਸਰਗੁਣ ਬਣਦਾ ਹੈ, ਇੱਕ ਤੋਂ ਫਿਰ ਦੋ ਰੂਪ ਬਣਦਾ ਹੈ, ਫਿਰ ਨਿਰਗੁਣ ਸਰਗੁਣ ਇਕੱਠੇ ਹੋ ਕੇ ਕਾਰ ਕਰਦੇ ਹਨ। ਲੇਕਿਨ ਇਹ ਚੱਲਦਾ 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 ਜਦੋਂ ਮੈਂ ਆਪਣੇ ਸਿਫਰੇ ਨਾਲ ਬਟਾ ਕਰ ਦਿੰਦਾ ਅਤੇ ਸਿਫਰੇ ਨਾਲ ਸਿਫਰ ਜਿਹੜੀ ਨਿਰਗੁਣ ਸਰਗੁਣ ਸਿਫਰੇ ਨਾਲ ਬਟਾ ਕਰਕੇ ਜੀਰੋ ਰੂਪ ਕਰ ਦੇਣਾ। ਤਾਂ ਆਪ ਨੇ ਦੱਸਿਆ ਕਿ ਜੀਰੋ ਦੇ ਵਿੱਚ ਇੱਕ ਜਮ੍ਹਾਂ ਕਰੀਏ ਅਤੇ ਜੀਰੋ, ਜਦ ਇੱਕ ਸਰੀਰ ਇੱਕ ਆਤਮਾ ਇਹ ਜੀਰੋ ਕਰਦੀ ਉਹ ਵੀ ਜੀਰੋ ਹੋ ਜਾਂਦੀ। ਜਦ ਜੀਰੋ ਨਾ ਇੱਕ ਨਫੀ ਕਰ ਦਈਏ ਅਤੇ ਉਹ ਵੀ ਜੀਰੋ, ਯਾਨੀ ਕਿ ਇੱਕ ਘੜਾ ਵਿੱਚੋਂ ਖਿੱਚ ਲਈ ਆਤਮਾ ਅਤੇ ਜੀਰੋ ਹੋ ਜਾਂਦਾ ਸਰੀਰ। ਜੀਰੋ ਨਾ ਇੱਕ ਨਾ ਗੁਣਾ ਕਰ ਦਈਏ ਵੀ ਉਹਦੇ 'ਚ ਪ੍ਰਕਾਸ਼ ਆ ਗਿਆ ਅਤੇ ਆ ਕੇ ਅਤੇ ਮੁੜ ਕੇ ਫਿਰ ਉਹ ਜਿਹੜੀ ਉਹਦੀ ਹਦੂਦ ਨਹੀਂ ਝੱਲਿਆ ਨਹੀਂ ਜਾਂਦਾ। ਜਿਸ ਤਰ੍ਹਾਂ ਕਿ ਆਪਣੇ ਜਿਹੜੇ ਹਜ਼ਰਤ ਮੂਸਾ ਜੀ ਤੋਂ ਜੀਰੋ ਹੋ ਗਏ, ਮੁਰਸ਼ਾ ਹੋ ਗਏ, ਥੱਲੇ ਡਿੱਗ ਪਏ। ਉਹ ਵਾਜਾਂ ਮਾਰੇ ਉੱਠ ਮੂਸਿਆ, ਹੁਣ ਦਾਰ 'ਤੇ ਕਰ ਲੈ, ਅਤੇ ਉਹਨੂੰ ਸੁੱਧ ਬੁੱਧ ਨਾ ਰਹੀ। ਜੀਰੋ ਨੂੰ ਇੱਕ ਨਾ ਜੀਰੋ ਜਦੋਂ ਬਟਾ ਕਰਦੇ ਆ ਅਤੇ ਉਹ ਵੀ ਗਿਆ। ਦੁਨੀਆ ਇਸ ਕਰਕੇ ਦੁਨੀਆਦਾਰੀ ਸਮਾਜ 'ਚ 84 ਲੱਖ ਜੂਨ ਸੁਭਾਅ 'ਚ ਜੀਰੋ ਕਰਕੇ ਬਟਾ ਕਰਕੇ ਉਹ ਮਰਦਾ। ਆਂਦਾ ਮੈਂ ਮੇਰਾ ਕਿਸੇ ਨੂੰ ਪਤਾ ਨਹੀਂ, ਸਿਫਰਾ ਰੂਪ ਸਰਬ ਮੈਂ ਸੋਤਾ, ਹਰ ਇੱਕ 'ਚ ਆ, ਜਰਰੇ 'ਚ ਆ। ਮੇਰਾ ਸੱਚਖੰਡ 'ਚ ਹੀ ਨਹੀਂ ਬਲਕਿ ਹਰ ਜਗ੍ਹਾ ਦੇ ਵਿੱਚ ਮੈਂ ਮੌਜੂਦ ਹਾਂ। ਨਾ ਮੇਰਾ ਕੱਦ ਵਾਧਾ, ਨਾ ਆਰ ਨਾ ਪਾਰ। ਇਹ ਨਹੀਂ ਕਿ ਗਿਆ ਤੇ ਆਇਆ, ਇਹ ਨਹੀਂ ਕਹਾਣੀ। ਆਂਦਾ ਮੈਂ ਸਾਰਿਆਂ 'ਚ ਹੀ ਸੋਤਾ ਆ, ਸਾਰੇ ਮੇਰੇ ਵਿੱਚ ਹੀ ਬੰਦ ਆ। ਮੇਰੀ ਜਿਹੜੀ ਕੁੰਡੀ ਆ ਨਾ, ਕੁੰਡੀ 'ਚ ਸਾਰੇ ਮੈਂ ਆਣ ਕੇ ਰੱਖੇ ਆ। ਕਿੱਦਾਂ ਮੇਰਾ ਇਹੋ ਜਿਹਾ ਕਿਲ੍ਹਾ ਗੋਲ ਕਿਲ੍ਹੇ ਦੇ ਵਿੱਚ ਸਭ ਫਸਾਏ ਆ, ਜੇ 'ਚੋਂ ਕੋਈ ਨਿਕਲ ਨਹੀਂ ਸਕਦੇ। ਜੋਤੀ ਜੋ ਸਰੂਪ ਹਰ ਸਰਬ ਆਤਮਾ ਦਾ ਪਰਮਾਤਮਾ, ਆਪ ਆਪਣੀ ਕਿਰਪਾ ਕਰ ਸਾਚੀ ਕਰਨੀ ਆਪ ਜਣਾਈ। ਆਂਦਾ ਮੈਂ ਦੱਸ ਰਿਹਾ ਖੁਦ। ਹੁਣ ਸਿਫਰਾ ਕਹਿ ਮੈਂ ਕਰਦਾ ਕੀ ਹਾਂ। ਸਿਫਰਾ ਕਹਿੰਦਾ, ਸਿਫਰਾ ਕਹਿ ਸੁਣ ਮੇਰੀ ਕਾਰ। ਇਹ ਨਿਰਗੁਣ ਸਰਗੁਣ ਕੀ ਆ? ਸਰੀਰ ਜਿਹੜੇ ਚੱਲਦੇ ਆ ਉੱਪਰ ਕੀ ਆ? ਨਿਰਗੁਣ ਕੀ ਆ? ਮਨ, ਮਤ, ਬੁੱਧ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਅੱਗ, ਪਾਣੀ, ਹਵਾ, ਆਸ਼ਾ, ਤ੍ਰਿਸ਼ਨਾ, ਆਤਮਾ। ਇਹ ਸਾਰੀਆਂ ਕੀ ਆ? ਨਿਰਗੁਣ ਆ। ਅਤੇ ਬੋਡੀ ਕੀ ਆ? ਹੱਡ, ਮਾਸ, ਨਾੜੀ, ਪਿੰਜਰ, ਖੂਨ, ਰੱਤ, ਮਿੱਝ। ਇਹ ਦੋਵੇਂ ਰਲ ਕੇ ਸਿਫਰ ਕਹਿ ਸੁਣ ਮੇਰੀ ਕਾਰ। ਨਿਰਗੁਣ ਸਰਗੁਣ ਦਿਆਂ ਸਮਝਾਈ ਆ। ਮੈਂ ਇਕੱਲਾ ਹੋ ਕੇ ਕਿਸੇ ਨਜ਼ਰ ਨਾ ਆਵਾਂ ਵਿੱਚ ਸੰਸਾਰ, ਮੇਰੀ ਕੀਮਤ ਕੋਈ ਨਾ ਪਾਈ ਆ। ਹੁਣ ਦੱਸੋ, ਨਬਜ਼ਾਂ ਬੰਦ ਬਰੰਟ ਜੀ ਸ਼ਹਿਰ ਦੇ ਡਾਕਟਰਾਂ ਨੇ, ਅੰਗਰੇਜ਼ ਡਾਕਟਰ ਸੀ, ਲੜਾਈ ਲੱਗੀ ਹੋਈ ਸੀ, ਕਿਸੇ ਨੂੰ ਸਮਝ ਨਹੀਂ ਲੱਗ ਸਕੀ। ਨਬਜ਼ਾਂ ਬੰਦ 'ਤੇ ਹਾਰ ਕੇ ਇੱਕ ਮਦਰਾਸੀ SMO ਸੀਗਾ, ਉਹਨਾਂ ਨੇ ਸੱਦਿਆ ਵੀ ਇਹ ਕਿਹੋ ਜਿਹੀ ਖੇਲ ਆ। ਉਹਨੇ ਕਿਹਾ ਭਾਰਤ ਭੇਜ ਦਿਓ, ਉੱਥੇ ਇਹੋ ਜਿਹੀਆਂ ਗੱਲਾਂ ਚੱਲਦੀਆਂ ਵੀ ਬਿਨਾਂ ਨਬਜ਼ ਤੋਂ ਨਾੜ ਤੋਂ ਚੱਲ ਰਿਹਾ ਹੈ ਸਰੀਰ, ਇਹ ਸਿਫਰ ਰੂਪ ਬੋਲਦਾ ਵੀ ਹੈ ਅਤੇ ਕਹਾਣੀ ਵੀ ਚੱਲ ਰਹੀ ਹੈ। ਕਹਾਣੀ ਕਿੱਦਾਂ ਹੋ ਰਹੀ ਆ? ਮੇਰੀ ਕੀਮਤ ਕੋਈ ਨਾ ਪਾਈ ਆ, ਕਰ ਕਿਰਪਾ ਜਿਸ ਦੇ ਨਾਲ ਕਰਾਂ ਪਿਆਰ, ਤਿਸ ਦੇਵਾਂ ਮਾਣ ਵਡਿਆਈ ਆ। ਉਹਨੇ ਕਹਿੰਦਾ ਵੀ ਜਦੋਂ ਮੈਂ ਸਿਫਰੇ ਦੀ ਧਾਰ ਕੀ ਬਣੀ, ਜਿਸ ਵੇਲੇ ਸਿਫਰਾ ਬੱਧੀ ਧਾਰ। ਆਂਦਾ ਜਦੋਂ ਮੈਂ ਸਿਫਰੇ ਦੀ ਧਾਰ ਬੱਧੀ ਅਤੇ ਕੀ ਬਣਾਇਆ ਸੀ? ਆਂਦਾ ਕਿਸੇ ਨੂੰ ਨਹੀਂ ਪਤਾ ਕਿੱਦਾਂ ਬਣਾਇਆ। 1,84,00,000 ਰਿਆ ਜਗਾਈ ਆ ਕਿ ਮੈਂ ਸਾਰੀ 84 ਲੱਖ ਨੂੰ ਜਗਾ ਕੇ ਦੱਸਦਾ ਆ। ਸਿਫਰੇ ਅੰਦਰ ਕੁੰਡੀ ਅਪਾਰ, ਜੀਰੋ ਰੂਪ ਨੂੰ ਵੇਖੋ ਜਰਾ, ਇਹ 'ਚ ਕੁੰਡੀ ਆ। ਇਹ ਸਾਰੇ ਬ੍ਰਹਿਮੰਡ ਖੰਡ ਨੇ ਇਹਦੇ ਵਿੱਚ ਹੀ ਸਾਰੇ ਰੱਖੇ ਨੇ, ਸੱਚਖੰਡ ਵੀ ਇਸੇ ਦੇ ਵਿੱਚ ਹੀ ਰੱਖਿਆ। ਸਿਫਰੇ ਅੰਦਰ ਕੁੰਡੀ ਅਪਾਰ, ਜਿਸ ਦਾ ਪਰਦਾ ਕੋਈ ਖੋਲ੍ਹ ਨਾ ਸਕੇ ਰਾਈਆ। ਆਂਦਾ ਰਾਈ ਪਰ ਵੀ ਪਰਦਾ ਇਹਦਾ ਨਹੀਂ ਕੱਢ ਸਕਦਾ ਕੋਈ। ਇਹ ਇੱਕੋ ਸਿਪਰਾ ਜਿਸ ਨੂੰ ਕਹਿੰਦੇ ਸੱਚਖੰਡ ਦਵਾਰ। ਆਂਦਾ ਆਲੇ ਦੁਆਲੇ ਜੋ ਪ੍ਰਕਾਸ਼ ਹੀ ਪ੍ਰਕਾਸ਼, ਇਹਦੇ ਵਿੱਚ ਹੀ ਸਾਰੇ ਗੁਰੂ ਅਵਤਾਰ ਪੈਗੰਬਰ ਜਾਂਦੇ ਨੇ। ਇਹਦੇ ਵਿੱਚ ਹੀ ਜਿਹੜਾ ਏਕੰ ਕੱਲਾ ਨਿਰੰਕਾਰ ਬੈਠਾ ਹੈ, ਕੱਲਾ ਆਪਣਾ ਇੱਕ ਇਕੱਲਾ ਏਕਮਕਾਰ ਜਿਹੜਾ ਪਰਮਾਤਮਾ ਕਰਤਾ ਪੁਰਖ ਜਿਹੜਾ ਬੈਠਾ ਹੋਇਆ ਹੈ ਇੱਕ ਰੂਪ ਦੇ ਵਿੱਚ, ਸਿਫਰੇ ਦੇ ਅੰਦਰਗਾਂ ਬੈਠਾ। ਇਹ ਇੱਕੋ ਸਿਫਰਾ ਜਿਸ ਨੂੰ ਕਹਿੰਦੇ ਸੱਚਖੰਡ ਦਵਾਰ, 4 ਕੁੰਟ ਨਜ਼ਰ ਕੋਈ ਨਾ ਆਈ ਆ। ਕਿੰਨਾ ਲੰਬਾ ਕਿੰਨਾ ਚੌੜਾ ਕਿਸੇ ਨੂੰ ਨਹੀਂ ਪਤਾ। ਇਹ ਸਿਫਰਾ ਇੱਕੋ ਜਿਸ ਦੇ ਵਿੱਚੋਂ ਨਿਰਗੁਣ ਨਿਕਲੇ ਧਾਰ, ਜਿਸ 'ਚੋਂ ਨਿਰਗੁਣ ਨਿਕਲਦੀ ਆ, ਆਤਮਾਵਾਂ ਨਿਕਲਦੀਆਂ, ਰੂਹਾਂ ਨਿਕਲਦੀਆਂ, ਜੋਤ ਨਿਕਲਦੀ ਆ। ਧਾਰ ਵਿੱਚੋਂ ਪ੍ਰਗਟਾਈ ਆ। ਇਹ ਸਿਫਰਾ ਇੱਕੋ ਜਿਸ ਵਿੱਚੋਂ ਨਿਕਲੇ ਗੁਰ ਅਵਤਾਰ, ਵਿਸ਼ਨ ਬ੍ਰਹਮਾ ਸ਼ਿਵ ਨੂਰ ਰੁਸ਼ਨਾਈ ਆ। ਇਹਦੇ ਵਿੱਚੋਂ ਹੀ ਸਾਰੇ ਨਿਕਲੇ ਨੇ। ਇਹ ਸਿਫਰਾ ਇੱਕੋ ਜਿਸ ਦੀ ਆਸਾ ਵਿੱਚ ਸੰਸਾਰ।
ਇਹ ਸਿਫਰਾ ਇੱਕੋ ਜਿਸ ਦੀ ਆਸ਼ਾ ਵਿੱਚ ਸੰਸਾਰ ਲੱਖ 84 ਜੂਨ ਉਹ ਪਾਈ ਆ, ਇਹਦੇ ਵਿੱਚੋਂ ਹੀ ਲੱਖ 84 ਜੂਨ ਬਣੀ ਆ। ਇਹ ਸਿਫਰਾ ਇੱਕੋ ਜਿਸ ਦੇ ਵਿੱਚ ਕੋਟਨ ਕੋਟ ਚੰਦ ਸੂਰਜ ਅਵਤਾਰ ਆ ਜਿਹੜੇ ਪ੍ਰਕਾਸ਼ ਦੇ ਰਹੇ ਮੰਡਲ ਮੰਡਪ ਬੈਠੇ ਮੁੱਖ ਛਪਾਈ ਆ, ਇਹਦੇ ਵਿੱਚ ਹੀ ਸਭ ਬੜੇ ਪਏ ਨੇ। ਇਹ ਚਾਰ ਚਪੇਰੇ ਸਾਰਾ ਕੁਝ ਇਹਦੇ 'ਚ ਹੀ ਘੜਿਆ ਹੈ। ਇਹ ਸਿਫਰਾ ਇੱਕੋ ਜਿਸ ਦਾ ਆਦ ਅੰਤ ਨਾ ਪਾਰਾ ਵਾਰ ਬੇਅੰਤ ਕਹਿ ਕੇ ਸਾਰੇ ਸ਼ੁਕਰ ਮਨਾਈ ਆ। ਜਿਨ੍ਹਾਂ 'ਚ ਇੱਕ ਜੋਤ ਦਾ ਪ੍ਰਕਾਸ਼ ਸੀ, ਸ਼ਬਦ ਦਾ ਪ੍ਰਕਾਸ਼ ਸੀ, ਉਹਨਾਂ ਵੀ ਜਾ ਕੇ ਕੀ ਕੀਤਾ ਫਿਰ ਇੱਕ ਨੂੰ ਉਹ ਸਿਫਰਾ ਜਿਹੜਾ ਉਹਨੂੰ ਸਾਰਿਆਂ ਕੀ ਨਿਮਸਕਾਰ ਕੀਤੀ। ਅਤੇ ਉਹਨਾਂ ਦੇ ਵਿੱਚ ਕਿਸ ਰੂਪ 'ਚ ਆਇਆ ਸੀ? ਇੱਕ ਰੂਪ ਦੇ ਵਿੱਚ ਆਇਆ ਸੀ, ਨਿਰਗੁਣ ਹੋ ਕੇ ਜੋ ਸਰੂਪ ਹੋ ਕੇ ਉਹਨਾਂ ਦੇ ਵਿੱਚ ਆਇਆ ਸੀਗਾ, ਲੇਕਿਨ ਉਹਨਾਂ ਵੀ ਪਾਰਾਵਾਰ ਨਹੀਂ ਗਾ। ਇਹ ਸਿਫਰਾ ਇੱਕੋ ਜਿਸ ਦੇ ਦਰ ਠਾਂਡਾ ਦਰਬਾਰ ਦਰਵਾਜ਼ਾ ਨਜ਼ਰ ਕਿਸੇ ਨਾ ਆਈ ਆ। ਇਹ ਸਿਫਰਾ ਇੱਕੋ ਜੋ ਪ੍ਰੀਤਮ ਪਿਆਰਾ ਆਪ ਕਰੇ ਸੱਚ ਪਿਆਰ। ਸੇਜ ਹੁੰਜਣੀ ਨਾ ਕੋਈ ਸਵਾਈ ਆਂਦੀ ਇਹਦੀ ਸੇਜ ਵੀ ਕੋਈ ਨਹੀਂ। ਇਹ ਸਿਫਰਾ ਇੱਕੋ ਜੋਤੀ ਜੋ ਸਰੂਪਾਰ ਆਪ ਆਪਣੀ ਕਿਰਪਾ ਕਰ। ਇਹ ਸਰਬ ਆਤਮਾ ਦਾ ਪਰਮਾਤਮਾ ਆਪਣੀ ਕਿਰਪਾ ਨਾਲ ਦੱਸਣ ਡਿਆ ਦੇਵਨਹਾਰਾ ਸਾਚਾ ਵਰ ਸਾਚੀ ਸਿਫਤ ਸਲਾਈ ਆ। ਕਹਿੰਦਾ ਵੀ ਮੈਂ ਕੀ ਕਰਦਾ ਨਿਰਗੁਣ ਸਰਗੁਣ ਬਣ ਦੋ ਹਰ ਸਾਚੀ ਕਾਰ ਕਮਾਈ ਆ। ਸਿਫਰਾ ਰੂਪ ਆਪੇ ਉਹ ਸਭ ਦੀ ਕਰੇ ਸਫਾਈ ਆ। ਕਹਿੰਦਾ ਜੋ ਨਿਰਗੁਣ ਸਰਗੁਣ ਬਣਦੇ ਆ ਇਹ ਦੋ ਚੀਜ਼ਾਂ ਬਣਦੀਆਂ ਸਾਰੇ ਹੀ ਸਰੀਰ ਸਾਰੇ ਜਿੰਨੇ ਨੇ ਇਹ ਨਿਰਗੁਣ ਸਰਗੁਣ ਬਣਦੇ ਆ। ਹਿਲ ਜੁਲ ਹੁੰਦੀ ਇੱਕ ਤਾਰੇ ਟਿਮ ਟਮਾਉਂਦੇ ਪ੍ਰਕਾਸ਼ ਹੁੰਦਾ। ਹਰ ਸਾਚੀ ਕਾਰ ਕਮਾਈ ਆ ਸੂਰਜ ਦੀ ਵੀ ਦੂਸਰੇ ਵੀ ਸਰੀਰ ਵੀ ਚੱਲਦੇ ਫਿਰਦੇ ਘੁੰਮਦੇ ਨਿਰਗੁਣ ਸਰਗੁਣ ਬਣ ਕੇ। ਸਿਫਰਾ ਰੂਪ ਆਪੇ ਉਹ ਸਭ ਦੀ ਕਰੇ ਸਫਾਈ ਆ। ਕਹਿੰਦਾ ਸਾਰਿਆਂ ਨੂੰ ਸਮੇਂ ਮੁਤਾਬਕ ਉਹ ਮੈਂ ਸਰੀਰ ਵੀ ਭੰਨ ਦਿੰਦਾ ਨਾ ਉਹ ਨਿਰਗੁਣ ਰਹਿੰਦੇ ਨਾ ਸਰਗੁਣ ਰਹਿੰਦੇ ਆ। ਆਖੀਰੀ ਸੰਸਕਾਰ ਕਰਕੇ ਆ ਜਾਂਦੇ ਆ ਜਾਂ ਧਰਤੀਆਂ ਖਤਮ ਕਰ ਦੇਣਾ ਪਹਾੜ ਖਤਮ ਕਰ ਦੇਣਾ ਸਮੁੰਦਰ ਖਤਮ ਕਰ ਦੇਣਾ। ਸਿਫਰੇ ਕੋਲੋਂ ਬਣ ਦੋ। ਕਹਿੰਦਾ ਸਿਫਰੇ ਤੋਂ ਕੀ ਬਣਿਆ ਦੋ ਬਣਿਆ ਫਿਰ ਦੋਵੇਂ ਜੋੜ ਜਿਹੜਾ ਆ ਕਿਹੜਾ ਨਿਰਗੁਣ ਸਰਗੁਣ ਬਣਿਆ। ਫਿਰ ਉਹਨਾਂ ਨੂੰ ਮੈਂ ਜੋੜ ਦਿੰਦਾ ਦੁਨੀਆ ਜੋੜਦਾ ਦੋਵੇਂ ਜੋੜਾ ਸਿਫਰਾ ਮੋਹ। ਫਿਰ ਉਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਮੌਤ ਨਾ ਆਵੇ ਸਾਡਾ ਸਰੀਰ ਨਾ ਛੁੱਟ ਜੇ ਨਾ ਉਹਦੇ ਵਿੱਚ ਅਸੀਂ ਸਮਾ ਜਾਈਏ। ਇਸ ਗੱਲ ਦੇ ਵਿੱਚ ਫਿਰ ਉਹਨਾਂ ਦਾ ਮੋਹ ਬਣ ਜਾਂਦਾ। ਮੁਹੱਬਤ ਇੱਕੋ ਘਰ ਵਿਖਾਈ ਆ ਜੋਤੀ ਜੋ ਸਰੂਪਾ ਆਪ ਆਪਣੀ ਕਿਰਪਾ ਕਰ ਜਿਸ ਨਾਲ ਜਾਏ ਸ਼ੋ ਜਿਨ੍ਹਾਂ ਨਾਲ ਸ਼ੋ ਜਾਂਦਾ ਸਿਫਰਾ ਤਿਸ ਨਿਰਗੁਣ ਸਰਗੁਣ ਵੇਖੇ ਦੋ ਅੰਤ ਸਿਫਰ ਵਿੱਚ ਸਮਾਈ ਆ। ਜਿਹੜੇ ਨਿਰਗੁਣ ਸਰਗੁਣ ਦੋ ਦਿਖਦੇ ਆ ਫਿਰ ਅੰਤ ਫਿਰ ਕਿਹੜੇ 'ਚ ਆਉਂਦੇ ਆ ਸਿਫਰੇ 'ਚ ਹੀ ਜਿਹੜੀ ਆ ਸਮਾ ਜਾਂਦੇ ਹਨ। ਤੋ ਸਿਫਰਾ ਹੋ ਕੇ ਕਰਿਆ ਕੰਮ ਆਪਣੇ ਹੱਥੀਂ ਵਡਿਆਈ ਆ। ਪੰਜ ਤੱਤ ਕਾਇਆ ਭਾਂਡਾ ਦਿੱਤਾ ਪੰਨ। ਕਹਿੰਦੇ ਵੀ ਇਹਦੇ ਵਿੱਚੋਂ ਹੀ ਮੁੜ ਕੇ ਪੰਜ ਤੱਤ ਕਾਇਆ ਦਾ ਭਾਂਡਾ ਭੰਨ ਦਿੰਦਾ ਮੈਂ। ਫਿਰ ਉਸਨੇ ਆਖਿਆ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਸਿਫਰਾ ਵੇਖਿਆ ਸੀਗਾ। ਕਿੱਥੋਂ ਗਏ ਸੀ ਜਦੋਂ ਸੱਚਖੰਡ ਗਏ ਉਹ ਆਂਦਾ ਕਿ ਉੱਥੇ ਕੀ ਵੇਖਿਆ। ਸਿਫਰੇ ਵਿੱਚ ਵੜ ਕੇ ਵੇਖੀ ਗੁਰੂ ਨਾਨਕ ਚਰਨਾਂ ਕੋਲ ਨਿੱਕੀ ਜਿਹੀ ਗਲੀ। ਜੇ ਦੁਨੀਆ 'ਚ ਵੇਖਿਆ ਕਿਸੇ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਸੀ ਜਿਸ ਦਾ ਅੱਗੇ ਰਾਹ ਨਜ਼ਰ ਨਾ ਆਈ ਆ। ਕਿਸੇ ਰਾਹ ਨਜ਼ਰ ਨਹੀਂ ਸੀ ਆਉਂਦਾ। ਇੱਕ ਨਿੱਕੀ ਜਿਹੀ ਗਲੀ ਚਰਨਾਂ ਕੋਲ ਦਿਸੀ ਉਹਨਾਂ ਨੂੰ। ਜੇ ਵੇਖੇ ਤਾਂ ਦੀਪਕ ਜੋਤ ਬਲੀ ਤਾਬ ਝੱਲਿਆ ਕੋਈ ਨਾ ਜਾਈ ਆ। ਉਹਦੇ ਵਿੱਚ ਵੇਖਿਆ ਅਤੇ ਉਹਦੇ 'ਚ ਦੀਪਕ ਜਿਹੜਾ ਜੋਤ ਦਾ ਪ੍ਰਕਾਸ਼ ਸੀਗਾ ਅਤੇ ਅੱਗੇ ਨਹੀਂ ਸੀ ਨਜ਼ਰ ਆ ਰਿਹਾ ਜੇ ਇੰਨਾ ਪ੍ਰਕਾਸ਼ ਸੀ। ਕਰ ਨਿਮਸਕਾਰ ਕਹਿ ਔਰ ਜਦੋਂ ਉਹਨਾਂ ਨਿਮਸਕਾਰ ਕੀਤੀ ਅਤੇ ਕਿਹਾ ਤੂੰ ਵੱਡਾ ਬਲੀ ਬੇਪਰਵਾਹ ਤੇਰੀ ਵਡਿਆਈ ਆ। ਸ਼੍ਰੀ ਭਗਵਾਨ ਆਪਣੇ ਹੱਥ ਉੱਤੇ ਹੱਥ ਰੱਖ ਕੇ ਆਪਣੇ ਹੱਥ ਉੱਤੇ ਸ਼੍ਰੀ ਭਗਵਾਨ ਨੇ ਕੀ ਕੀਤਾ ਪ੍ਰਕਾਸ਼ ਦਾ ਆਪਣਾ ਰੂਪ ਬਣਾ ਲਿਆ ਔਰ ਇੱਕ ਆਕਾਰ ਬਣਾ ਲਿਆ। ਹੱਥ 'ਤੇ ਹੱਥ ਰੱਖ ਕੇ ਰਗੜੀ ਤਲੀ ਅਤੇ ਤਿਲਕ ਆਪਣਾ ਦਿੱਤਾ ਵਿਖਾਈ ਆ। ਤਲੀ ਰਗੜ ਕੇ ਅਤੇ ਤਿਲਕ ਆਖਿਆ ਵੀ ਇਹਨੂੰ ਰਗੜ ਕੇ ਅਤੇ ਤਲੀ ਦੇ ਉੱਤੇ ਅਤੇ ਤਿਲਕ ਜਿਹੜਾ ਲਾ ਲਓ ਇਹਦੀ ਕਿਹਦਾ ਉਹ ਕੀ ਸੀ ਚੀਜ਼ ਸਵਾ ਰੱਤੀ ਕੋ ਡੁਲੀ। ਉਹ ਸਵਾ ਰੱਤੀ ਦਾ ਉਹਦਾ ਹੈ ਸੀਗਾ ਇੱਕ ਡਲੀ ਸੀ ਇਕੱਠੀ। ਸ਼੍ਰੀ ਭਗਵਾਨ ਆਪਣੇ ਹੱਥ ਦੀ ਮੈਲ ਲਾਈ ਆ। ਇਹ ਲਾਈ ਸੀ ਉਹਨਾਂ ਨੇ ਆਪਣੇ ਹੱਥ ਦੀ ਮੈਲ ਅਤੇ ਉਹਦੇ ਉੱਤੇ ਰਗੜ ਕੇ ਅਤੇ ਉਹਨੂੰ ਤਿਲਕ ਦਿਖਾਇਆ ਵੀ ਕਿੱਦਾਂ ਲੱਗਦਾ ਆ। ਪ੍ਰੇਮ ਪ੍ਰੀਤੀ ਅੰਦਰ ਜਿਹੜੀ ਮਲੀ ਜੁਗ 36 ਲੋਕ ਮਾਤ ਜਗਤ ਸਮਝਾਈ ਆ। ਫਿਰ ਉਹਨਾਂ 36 ਯੁੱਗ ਵਾਹ 9 ਯੁੱਗ ਹਾ 9 ਯੁੱਗ ਗੱਗਾ 9 ਯੁੱਗ ਰਾਰਾ 9 ਯੁੱਗ ਯਾਨੀ ਕਿ 36 ਯੁੱਗ ਫਿਰ ਲੋਕ ਮਾਤ 'ਚ ਉਸ ਪਰਮਾਤਮਾ ਦਾ ਜਸ ਗਾਇਆ। ਇਹ ਉਦੋਂ 36 ਯੁੱਗ ਤੋਂ ਪਹਿਲਾਂ ਦੀ ਲੈ ਕੇ ਆਏ ਸੀ ਸਵਾ ਰੱਤੀ ਯਾਨੀ ਕਿ ਇਹ ਸਰੀਰ ਦੇ ਵਿੱਚ ਹੁਣ ਆਉਣ ਲਈ ਉਹ ਤੋਂ ਪਹਿਲਾਂ ਇਹ ਕਾਰ ਕਰਕੇ ਆਇਆ ਸੀ ਜਿਹੜਾ ਵਾਹਿਗੁਰੂ ਲਫ਼ਜ਼ ਸੰਸਾਰ ਦੇ ਵਿੱਚ ਆਇਆ। ਜੋਤੀ ਜੋ ਸਰੂਪਾ ਆਪ ਆਪਣੀ ਕਿਰਪਾ ਕਰ ਦੇਵਨ ਹਾਰ ਵਡਿਆਈ ਆ।
ਇਸੇ ਕਰਕੇ ਨਾਨਕ ਕਿਹਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਸਾਰੀ ਦੁਨੀਆ ਨੂੰ ਆ ਕੇ ਦੱਸਿਆ, ਇਹ ਗੱਲ ਭੇਤ ਖੋਲ੍ਹਿਆ, ਦਾਨ ਮਹਿੰਡਾ ਤਲੀ ਖਾਕ। ਆਂਦੇ ਜੇ ਅਕਾਲ ਪੁਰਖ ਦਾਨ ਦਿੰਦਾ ਹੈ ਆਪਣਾ ਜਿਹੜਾ ਤਲੀ ਤੇ ਖਾਕ ਦੀ ਚਰਨ ਧੂੜ ਦੀ, ਨਜ਼ਰ ਕਿਸੇ ਨਾ ਆਈ ਆ, ਇਹ ਕਿਸੇ ਨੂੰ ਨਜ਼ਰ ਨਹੀਂ ਹੁੰਦੀ। ਪ੍ਰਭ ਇੱਕੋ ਵਾਰ ਪ੍ਰਗਟਾਈ ਪਾਕੀ ਪਾਗਾਂ ਨੇ, ਮੇਰੇ ਸਮੇਂ ਇੱਕੇ ਵਾਰੀ ਹੁਣ ਤੱਕ ਆਈ, ਕਿਸੇ ਅਵਤਾਰ ਪੈਗੰਬਰ ਗੁਰੂ ਕਿਸੇ ਸੰਸਾਰੀ ਨੂੰ ਨਹੀਂ ਦਿੱਤੀ। ਇਹ ਉਸ ਵੇਲੇ ਮੈਨੂੰ ਦਿਖਾਈ ਆ, ਪੱਤ ਆਪਣੇ ਹੱਥ ਰਖਾਈ ਆ 36 ਯੁੱਗ ਪਹਿਲਾਂ। ਨਿਰਗੁਣ ਸਰਗੁਣ ਦੋਵਾਂ ਦਾ ਤੋੜ ਸਾਕ, ਆਪ ਆਪਣਾ ਭੇਵ ਜਣਾਈ ਆ। ਸਿਫਰਾ ਹੋ ਕੇ ਨਾ ਜਾਤ ਨਾ ਪਾਤ ਨਾ ਸਰਗੁਣ ਨਾ ਨਿਰਗੁਣ, ਰੂਪ ਰੰਗ ਰੇਖ ਨਾ ਕੋਈ ਵਿਖਾਈਆ। ਸਿਫਰਾ ਕਹਿ ਮੈਂ ਸਭ ਦੇ ਨਾਲੋਂ ਆਜ਼ਾਦ, ਅੰਕ ਅੰਕ ਨਾ ਕੋਈ ਬਣਾਈਆ। ਆਦ ਅੰਤ ਸਭ ਮੇਰੀ ਆਸ ਰਖਾਈਆ, ਬਿਨ ਮੇਰੇ ਸਾਰੇ ਹੋਣ ਬਰਬਾਦ, ਥਿਰ ਕੋਈ ਰਹਿਣ ਨਾ ਪਾਈਆ। ਨਾ ਮੈਂ ਹੀ ਰਹਿਣਾ, ਮੇਰੇ ਮਿਲਣ ਦੀ ਸਭ ਨੂੰ ਖਾਸ, ਅੰਤਰ ਅੰਤਰ ਧਿਆਨ ਲਗਾਈ ਆ। ਤੋ ਇੱਥੇ ਹੀ ਆਪਾਂ ਗੱਲ ਕਰਦੇ ਹਾਂ ਕਿ ਇਹ ਦੇਖਿਆ ਕਿ ਜੇ ਆਪਾਂ ਸਰੀਰ ਛੱਡਦੇ ਆ ਧਰਤੀ 'ਤੇ, ਧਰਤੀ ਜਦੋਂ ਖਤਮ ਹੁੰਦੀ ਆ ਤੇ ਪਾਣੀਆਂ 'ਤੇ, ਪਾਣੀ ਭਾਵ ਬਣ ਕੇ ਅਸਮਾਨਾਂ 'ਤੇ, ਅਸਮਾਨ ਗਗਨਾਂ 'ਤੇ, ਗਗਨ ਮੰਡਲਾਂ 'ਤੇ, ਫਿਰ ਇਹ ਜਾਂਦਾ ਕਿੱਥੇ ਆ ਸਾਰਾ ਕੁਛ ਤਬਾਹ ਹੋ ਕੇ? ਉਹ ਪਰਮਾਤਮਾ ਦਾ ਸਿਫਰ ਰੂਪ ਹੈ ਜਿਹੜਾ ਕਿਸੇ ਨੂੰ ਦਿਖਾਈ ਨਹੀਂ ਦਿੰਦਾ, ਜਰਰੇ ਜਰਰੇ 'ਚ ਘੁੰਮਦਿਆਂ ਵੀ ਕਿਸੇ ਨੂੰ ਪਤਾ ਨਹੀਂ ਲੱਗਦਾ। ਨਾ ਉਹਦਾ ਰੂਪ, ਨਾ ਰੰਗ, ਨਾ ਰੇਖ, ਨਾ ਉਹਦੇ ਮੁੱਛਾਂ ਦਾੜੀ ਤੇ ਨਾ ਹੀ ਮੂੰਡ ਮੰਡਾਈ, ਨਾ ਉਹਦਾ ਕੇਸ ਮੁੱਛ ਦਾੜੀ, ਨਾ ਕੋਈ ਮੂੰਡ ਮੰਡਾਈ ਹੈ। ਜਦੋਂ ਨਿਰਗੁਣ ਹੁੰਦਾ ਹੈ, ਨਿਰਗੁਣ ਤੋਂ ਸਰਗੁਣ ਬਣਦਾ ਹੈ, ਫਿਰ ਉਹਦਾ ਸਾਰੇ ਸਾਕਾਰ ਰੂਪ ਜਾਂਦਾ ਨਿਰਾਕਾਰ ਧਰਤੀ ਦੇ ਉੱਤੇ। ਫਿਰ ਜਦੋਂ ਆਉਂਦਾ ਹੈ ਤੇ ਗੁਰੂਆਂ ਰੂਪ 'ਚ, ਪੈਗੰਬਰਾਂ ਰੂਪ 'ਚ, ਅਵਤਾਰਾਂ ਰੂਪ 'ਚ, ਫਿਰ ਉਹ ਸਾਕਾਰ ਰੂਪ ਲੈਂਦਾ। ਸਾਕਾਰ ਰੂਪ ਜੋਤ ਆਪਣੀ ਧਰ ਕੇ ਸੰਸਾਰ 'ਚ ਪ੍ਰਕਾਸ਼ ਕਰਕੇ ਇਹ ਬਾਣੀ ਜਿਹੜੀਆਂ ਉਹਦਾ ਨਾਮ ਧਰਤੀ ਦੇ ਉੱਤੇ ਆਉਂਦਾ ਤੇ ਉਹ ਬਾਣੀਆਂ ਬਣ ਜਾਂਦੀਆਂ। ਫਿਰ ਉਹ 994 ਚੌਂਕੜੀ ਯੁੱਗ ਬਾਅਦ, 3976 ਯੁੱਗ ਬਾਅਦ, 14 ਮਨਵੰਤਰ ਬਾਅਦ, 4 ਅਰਬ 29 ਕਰੋੜ 40 ਲੱਖ 80 ਹਜ਼ਾਰ ਸਾਲ ਬਾਅਦ ਫਿਰ ਉਹ ਆਪਣਾ ਖੇਲ ਕਰਦਾ ਹੈ। ਇਹ ਫਸਟ ਟਾਈਮ ਸਿਫਰੇ ਦਾ ਖੇਲ ਹੈ ਜੀ, ਜਿਹਦੇ ਬਾਰੇ ਇਹ ਕਿੱਥੇ ਹੈਗਾ ਆ? ਨੇਕ ਲੰਕ ਹਰ ਸ਼ਬਦ ਪਟਾਰ, ਗ੍ਰੰਥ ਨੰਬਰ 14 ਜੀ। ਇੱਕ ਹਾੜ ਦੀ ਲਿਖਤ ਜੋ, ਇੱਕ ਪਹਿਲੇ ਵਿਸਾਖ ਦੀ ਲਿਖਤ ਜੋ, ਔਰ ਇਹਦਾ ਅੱਗੇ ਵੀ ਆਪਾਂ ਚੱਲਾਂਗੇ ਲੜੀ ਕਿ ਕਿੱਦਾਂ ਫਿਰ ਗਾੜੀ ਏਕਾ ਤਿਆਰ ਹੁੰਦਾ ਹੈ, ਏਕੇ ਤੋਂ ਫਿਰ ਕਿੱਦਾਂ ਦੂਆ ਤਿਆਰ ਹੁੰਦਾ ਹੈ, ਫਿਰ ਏਕਾ ਦੂਆ ਫਿਰ ਕਿੱਦਾਂ ਬਣਦਾ ਹੈ। ਅਕਾਲ ਪੁਰਖ ਇਹ ਅੰਕ ਬਣਦਾ ਧਰਤੀ ਦੇ ਉੱਤੇ, ਜੇ ਅੰਕ ਨਾ ਬਣੇ ਤਾਂ ਜੀਰੋ ਰੂਪ ਕਦੀ ਨਹੀਂ ਆਣ ਕੇ ਤੇ ਕਿਸੇ ਨਾਲ ਤੁਰ ਸਕਦਾ। ਜਿੱਦਾਂ ਤੁਹਾਡਾ ਸਿਫਰਾ, ਇਹਨੂੰ ਅੰਕ ਨਹੀਂ ਲੱਗਦਾ ਤੇ ਕਹਾਣੀ ਨਹੀਂ ਚੱਲਦੀ। ਤੇ ਜੇ ਅੰਕ ਦੇ ਨਾਲ ਸਿਫਰਾ ਲੱਗ ਜਾਏ ਤਾਂ ਉਹ ਕਰੋੜਾਂ ਅਰਬਾਂ ਉਹਦੀਆਂ ਅੰਕ ਵੱਜ ਜਾਂਦੇ ਨੇ। ਤੋ ਜਿਸ ਦੇ ਨਾਲ ਜਿੱਦਾਂ 1 2 3 4 5 6 7 8 9 ਅਸੀਂ ਗਿਣਤੀ ਕਰਦੇ ਹਾਂ, ਤੇ ਜਿਹੜਾ ਕੰਪਿਊਟਰ ਹੈ 0 0 ਦੀ ਗਿਣਤੀ ਕਰਦਾ ਹੈ। 1 ਦੇ ਨਾਲ, 2 ਦੇ ਨਾਲ ਜਾਂ 9 ਦੇ ਨਾਲ ਸਿਫਰਾ ਲੱਗਦਾ ਹੈ। ਜਿਤਨੀਆਂ ਹੀ ਜੀਰੋ ਲਾਈ ਜਾਂਦੀਆਂ ਉਹਦਾ ਅੰਕ ਵੱਧਦਾ ਜਾਂਦਾ ਹੈ। ਉਹ ਦੁਨੀਆ 'ਚ ਬੜਾ ਮਹਾਨ ਬੰਦਾ ਬਣ ਜਾਂਦਾ ਹੈ, ਉਹਨੂੰ ਅੰਕ ਲੱਗੇ ਹੁੰਦੇ ਆ, ਔਰ ਉਹ ਸੰਸਾਰ ਦੇ ਵਿੱਚ ਜਿਹੜਾ ਉਹ ਪ੍ਰਸਿੱਧ ਦਿਖਾਉਂਦਾ ਹੈ। ਜੇ ਜਿਤਨੀਆਂ ਸਿਫਰ ਲੱਗਦੀ ਤੇ ਉਹ ਹੁੰਦਾ ਹੈ। ਤੋ ਸਾਰਿਆਂ ਨੂੰ ਅੱਗੇ ਫੇਰ ਚੱਲਾਂਗੇ ਜੀ। ਇਹ ਜੀਰੋ ਦਾ ਅਜੇ ਹੋਰ ਹਾਲ ਪਿਆ ਹੈ, ਤਾਂ ਅਗਲੀ ਵੀਡੀਓ ਦੇ ਵਿੱਚ ਫੇਰ ਵੇਖਾਂਗੇ ਕਿ ਫਸਟ ਟਾਈਮ ਜੀਰੋ ਨੇ ਆਪਣਾ ਜਿਹੜਾ ਖੇਲ ਸੰਸਾਰ ਦੇ ਵਿੱਚ ਪਰਦਾ ਖੋਲ੍ਹਿਆ। ਤੋਂ ਨੇਕ ਲੰਕ ਹਰ ਸ਼ਬਦ ਭੰਡਾਰ 24 ਗ੍ਰੰਥਾਂ ਦੇ ਵਿੱਚੋਂ ਇਹ ਜਿਹੜੇ ਨੇ 2293 ਸਫ਼ਿਆਂ ਤੋਂ ਆਪਾਂ ਸਾਂਝਾ ਕੀਤਾ ਹੈ। ਅੱਗੇ ਫੇਰ ਕਰਾਂਗੇ। ਅੱਗੇ ਆਪਾਂ ਇੱਕ ਦੀ ਪੜ੍ਹਾਈ ਗ੍ਰੰਥਾਂ ਦੇ ਵਿੱਚ ਪੜ੍ਹੀ ਹੈ, ਔਰ ਇੱਕ ਰੂਪ ਹੋ ਕੇ ਸਭ ਤੋਂ ਪਹਿਲਾਂ ਸਾਹਿਬ ਗੁਰੂ ਨਾਨਕ ਦੇਵ ਜੀ ਹਨ ਜਿਨ੍ਹਾਂ ਨੇ ਇੱਕ ਰੂਪ ਦਿਖਾਇਆ। ਨਿਰਾ ਕਿਹਾ ਹੀ ਨਹੀਂ ਬਲਕਿ ਦਿਖਾ ਕੇ ਦਿੱਤਾ ਕਿ ਕਿੱਦਾਂ ਜੋਤ ਦੂਸਰੇ ਸਰੀਰ 'ਚ ਰੱਖ ਕੇ ਤੇ ਉਹ ਇੱਕ ਵਸਤ ਜਿਹੜੀ ਆ ਅੱਗੇ ਤੋਂ ਅੱਗੇ ਕਿੱਦਾਂ ਰੱਖੀ ਜਾਂਦੀ ਹੈ ਜੋਤ ਦੀ। ਤਾਂ ਇਹ ਇੱਕ ਗੱਲ ਹੈ। ਹੁਣ ਸਿਫਰਾ ਰੂਪ ਕਿੱਦਾਂ ਗੱਲ ਕੀਤਾ ਹੈ, ਉਹ ਸਿਫਰਾ ਅੰਕ ਕਿੱਦਾਂ ਬਣਿਆ, ਅੰਕ ਕਰਕੇ ਸਿਫਰਾ ਬੋਲਿਆ ਕਿੱਦਾਂ, ਕਿਉਂਕਿ ਅੰਕ ਤੋਂ ਬਿਨਾਂ ਬੋਲ ਨਹੀਂ ਸਕਦਾ। ਕਿੱਦਾਂ ਨਿਰਗੁਣ ਸਰਗੁਣ ਦੇ ਨਾਲ ਸਿਫਰਾ ਜੁੜ ਕੇ 20 ਹਿੱਸੇ ਬਣਿਆ ਅਤੇ ਕਿੱਦਾਂ ਕਹਾਣੀ ਚੱਲੀ, ਇਹ ਅੱਗੇ ਪੜ੍ਹਾਂਗੇ। ਸੋ ਅੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।